ਹਾਂਜੀ ਯੈਸ ਸਟੂਡੈਂਟਸ, पेज नंबर 62 तक ਆਪਾਂ ਉਦੋਂ ਪੜ੍ਹਿਆ ਸੀ, ਜਿਹਦੇ ਵਿੱਚ ਦੱਸਿਆ ਸੀ ਕਿ ਜਿਹੜਾ ਜਿਉਂ ਸਿੰਘ ਆ ਉਹ ਪਿਛਲੇ 8 ਸਾਲਾਂ ਤੋਂ ਜਿਸ ਗ੍ਰੇਡ ਦੇ ਉੱਪਰ ਲੱਗਾ ਸੀ ਉਹਦੇ ਵਿੱਚ ਕੋਈ ਵੀ ਤਰੱਕੀ ਨਹੀਂ ਸੀ ਹੋਈ, ਕਿਉਂਕਿ ਨਾ ਤਾਂ ਉਹਨੂੰ ਆਪਣੇ ਬਾਕੀ ਜਿਹੜੇ ਸਾਥੀ ਆ ਉਹਦੇ ਵਾਂਗੂ ਚਾਪਲੂਸੀ ਕਰਨੀ ਆਉਂਦੀ ਸੀ ਤੇ ਨਾ ਹੀ ਜਿਹੜਾ ਆ ਉਹ ਕਹਿ ਲਓ ਕਿ ਨਿਆਜ਼ਾਂ ਦੇ ਦੇ ਕੇ ਕੋਈ ਜਿਹੜਾ ਆ ਵੱਡੇ ਅਫਸਰਾਂ ਨੂੰ ਖੁਸ਼ ਕਰ ਸਕਦਾ ਸੀ। ਇਮਾਨਦਾਰ ਇਨਸਾਨ ਸੀ, ਇਸ ਕਰਕੇ ਉਹ ਜਿਸ ਗ੍ਰੇਡ ਦੇ ਉੱਪਰ ਲੱਗਾ ਹੋਇਆ ਸੀ ਉਹਦੇ ਉੱਪਰ ਹੀ ਇੰਨੇ ਸਾਲਾਂ ਤੋਂ ਉਹ ਨੌਕਰੀ ਕਰ ਰਿਹਾ ਸੀ। ਉਸ ਤੋਂ ਬਾਅਦ ਅੱਜ ਆਪਾਂ ਕੰਟੀਨਿਊ ਕਰਦੇ ਹਾਂ ਪੇਜ ਨੰਬਰ 62 ਦਾ ਸੈਕਿੰਡ ਪੈਰਾਗ੍ਰਾਫ। ਨੀਂਦਰ ਦੇ ਝੂਟਿਆਂ ਵਿੱਚ, ਇਹ ਤਾਂ ਮੈਂ ਉਦੋਂ ਵੀ ਸਮਝਾਇਆ ਸੀ ਕਿ ਨੀਂਦ ਦੇ ਵਿੱਚ ਹੀ ਜਿਹੜਾ ਜਿਉਂ ਸਿੰਘ ਆ ਉਹ ਦੋ ਤਰ੍ਹਾਂ ਦੀ ਦੁਨੀਆ ਦੇਖ ਰਿਹਾ ਆ। ਇੱਕ ਉਹਦੀ ਅਸਲੀ ਦੁਨੀਆ ਆ ਔਰ ਇੱਕ ਉਹਦੀ ਸੁਪਨਿਆਂ ਦੀ ਦੁਨੀਆ ਆ। ਅਸਲੀ ਦੁਨੀਆ ਜਿਹੜੀ ਆ ਉਹ ਉਹਦੀ ਹੈਗੀ ਹੈ ਨੌਕਰੀ, ਜਿਹਦੇ ਵਿੱਚ ਉਹ ਫਾਇਰਮੈਨ ਦੀ ਜਿਹੜੀ ਆ ਭੂਮਿਕਾ ਨਿਭਾ ਰਿਹਾ ਹੈ। ਸਾਰਾ ਦਿਨ ਜਿਹੜਾ ਆ ਬਾਇਲਰ ਦੇ ਅੱਗੇ ਕੋਲਾ ਪਾ ਪਾ ਕੇ ਜਿਹੜਾ ਆ ਉਹ ਕਾਲਾ ਭੂਤ ਬਣਿਆ ਰਹਿੰਦਾ ਆ ਤੇ ਤੱਤੀ ਸਾੜਵੀਂ ਹਵਾ ਜਿਹੜੀ ਆ ਉਹਨੂੰ ਸਾਰਾ ਦਿਨ ਸਾੜਦੀ ਰਹਿੰਦੀ ਹੈ। ਔਰ ਦੂਸਰੇ ਪਾਸੇ ਜਿਹੜੀ ਆ ਉਹਦੀ ਸੁਪਨਿਆਂ ਦੀ ਦੁਨੀਆ ਆ, ਜਿਹਦੇ ਵਿੱਚ ਉਹ ਗੁਰੂ ਦਰਬਾਰ ਦੇ ਵਿੱਚ ਪਹੁੰਚ ਗਿਆ ਔਰ ਉਹਨੂੰ ਜਿਹੜਾ ਆ ਚੰਦੋਆ ਚੜ੍ਹਾਉਣ ਦੀ ਉਹਦੀ ਜਿਹੜੀ ਸਦਰ ਸੀ ਉਹ ਪੂਰੀ ਹੋਈ ਔਰ ਅੱਗੋਂ ਜਿਹੜਾ ਆ ਬਾਬੇ ਨੇ ਖੁਸ਼ ਹੋ ਕੇ ਉਹਨੂੰ 7 ਪੁੱਤਰਾਂ ਦਾ ਵਰਦਾਨ ਦਿੱਤਾ। ਸੋ ਇਹਦੇ ਵਿੱਚ ਜਿਹੜਾ ਆ ਉਹੀ ਕੰਟੀਨਿਊ ਕੀਤਾ ਗਿਆ ਹੈ ਕਿ ਨੀਂਦਰ ਦੇ ਝੂਟਿਆਂ ਵਿੱਚ ਇਸੇ ਹੀ ਦੋ ਕਿਸਮ ਦੀ ਦੁਨੀਆ, ਕਦੀ ਬਾਬੇ ਦੇ ਦਰਬਾਰ, ਕਦੀ ਬਾਇਲਰ ਦੇ ਅੱਗੇ ਵਾਰੋ ਵਾਰੀ ਮੌਜੂਦ ਹੁੰਦਿਆਂ ਜਿਉਂ ਸਿੰਘ ਨੇ ਰੇਲ ਦਾ ਸਫ਼ਰ ਮੁਕਾਇਆ। ਸੋ ਰੇਲ ਦੇ ਸਫ਼ਰ ਦੇ ਵਿੱਚ ਉਹਦੇ ਜਿਹੜੀ ਆ ਜਦੋਂ ਉਹਨੂੰ ਕਹਿ ਲਓ ਨੀਂਦ ਆ ਰਹੀ ਸੀ ਤਾਂ ਉਹਦੇ ਅੱਗੇ ਦੋ ਤਰ੍ਹਾਂ ਦੀ ਜਿਹੜੀ ਸੀ ਉਹ ਦੁਨੀਆ ਸੀ। ਇੱਕ ਉਹਦੀ ਜਿਹੜੀ ਸੀ ਸੁਪਨਿਆਂ ਦੀ ਦੁਨੀਆ ਸੀ, ਜਿਹਦੇ ਵਿੱਚ ਉਹ ਗੁਰੂ ਦਰਬਾਰ ਵਿੱਚ ਪਹੁੰਚਿਆ ਸੀ, ਔਰ ਦੂਸਰੀ ਉਹਦੀ ਹੈ ਅਸਲੀ ਦੁਨੀਆ ਸੀ, ਜਿਹਦੇ ਵਿੱਚ ਉਹ ਸਾਰਾ ਦਿਨ ਬਾਇਲਰ ਦੇ ਵਿੱਚ ਕੋਲੇ ਤੱਕ ਰਿਹਾ ਸੀ। ਤੇ ਜਦ ਅੰਮ੍ਰਿਤਸਰ ਸਟੇਸ਼ਨ ਦੀ ਹੱਦ ਵਿੱਚ ਗੱਡੀ ਦਾਖਲ ਹੋਈ ਤਾਂ ਉਸ ਨੂੰ ਅਨੁਭਵ ਹੋ ਰਿਹਾ ਸੀ ਜਿਵੇਂ ਇਹ ਉਹ ਗੱਡੀ ਜਿਹੜੀ ਲਗਾਤਾਰ 8 ਸਾਲਾਂ ਤੋਂ ਦਿੱਲੀ ਤੇ ਬਠਿੰਡੇ ਦੇ ਵਿਚਾਲੇ ਉਸ ਨੂੰ ਮੌਤ ਵਰਗੀਆਂ ਭੁਆਟਣੀਆਂ ਦਿੰਦੀ ਰਹੀ ਸੀ। ਸੋ ਕਹਿੰਦੇ ਕਿ ਇਹ ਉਹੀ ਗੱਡੀ ਸੀ ਜਿਹਦੇ ਵਿੱਚ ਉਹ ਪਿਛਲੇ 8 ਸਾਲਾਂ ਤੋਂ ਲਗਾਤਾਰ ਕੋਲੇ ਧੱਕ ਰਿਹਾ ਸੀ। ਇਹੀ ਗੱਡੀ ਸੀ ਜਿਹੜੀ ਉਹਨੂੰ ਕਹਿ ਲਓ ਕਿ ਭੁਆਟਣੀਆਂ ਹੁੰਦੀਆਂ ਗੇੜੇ ਦੇਣੇ, ਕਿ ਉਹਨੂੰ ਜਿਹੜਾ ਆ ਦਿਨ ਰਾਤ ਮੌਤ ਵਰਗੇ ਗੇੜੇ ਦਿੰਦੀ ਰਹਿੰਦੀ ਸੀ। ਪਰ ਅੱਜ ਇਹ ਗੱਡੀ ਜਿਹੜੀ ਆ ਉਹਦੀ ਸੁਪਨਿਆਂ ਦੀ ਗੱਡੀ ਬਣੀ ਹੋਈ ਸੀ। ਕਿਉਂਕਿ ਅੱਜ ਇਹ ਗੱਡੀ ਜਿਹੜੀ ਆ ਉਹਨੂੰ ਉਹਦੀ ਸੁਪਨਿਆਂ ਦੀ ਨਗਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਕੇ ਜਾ ਰਹੀ ਸੀ। ਅੱਜ ਕੋਈ ਅਰਸ਼ੀ ਪਰੀ ਬਣੀ ਆਪਣੇ ਨਾਜ਼ੁਕ ਖੰਭਾਂ 'ਤੇ ਸਵਾਰ ਕਰਕੇ ਉਸ ਨੂੰ ਮਹਾਸਵਰਗ ਵੱਲ ਲਿਜਾ ਰਹੀ ਸੀ। ਸੋ ਅੱਜ ਜਿਹੜੀ ਇਹ ਗੱਡੀ ਹੈ ਕੀ ਬਣ ਗਈ ਸੀ, ਕੋਈ ਅਸਮਾਨੀ ਪਰੀ ਬਣ ਗਈ ਸੀ। ਔਰ ਇਹ ਜਿਹੜੀ ਅਸਮਾਨੀ ਪਰੀ ਹੈ ਉਹਨੂੰ ਆਪਣੇ ਖੰਭਾਂ ਦੇ ਉੱਪਰ ਸਵਾਰ ਕਰਕੇ ਉਹਦੀ ਸੁਪਨਿਆਂ ਦੀ ਦੁਨੀਆ ਭਾਵ ਸਵਰਗ ਬਾਬੇ ਦੇ ਦਰਬਾਰ ਦੇ ਵਿੱਚ ਲਿਜਾ ਰਹੀ ਸੀ। ਟਾਂਗਾ ਸਰਦਾਰ ਗੋਪਾਲ ਸਿੰਘ ਦੀ ਕੋਠੀ ਅੱਗੇ ਰੁਕਿਆ। ਗੋਪਾਲ ਸਿੰਘ ਜਿਹੜਾ ਆ ਜਿਉਂ ਸਿੰਘ ਦੇ ਮਾਮੇ ਦਾ ਨਾਮ ਹੈ। ਤੇ ਜਿਉਂ ਸਿੰਘ ਦਾ ਪਰਿਵਾਰ ਉੱਤਰ ਕੇ ਫਾਟਕ ਵਿੱਚੋਂ ਦਾਖਲ ਹੋਇਆ। ਇੰਦਰ ਕੌਰ ਨੇ ਸੱਜੇ ਪਾਸੇ ਕਾਕੇ ਨੂੰ ਚੱਕਿਆ ਹੋਇਆ ਸੀ ਤੇ ਖੱਬੇ ਹੱਥ ਵਿੱਚ ਕੱਪੜੇ ਦਾ ਥੈਲਾ। ਵੱਡੀ ਕੁੜੀ ਨੇ ਛੋਟੀ ਨੂੰ ਉਂਗਲੀ ਲਾਇਆ ਹੋਇਆ ਸੀ, ਨਾਲੇ ਰੋਟੀਆਂ ਵਾਲਾ ਡੱਬਾ ਹੱਥ ਵਿੱਚ ਲਮਕਾਈ ਆ ਰਹੀ ਸੀ। ਜਿਉਂ ਸਿੰਘ ਨਿੱਕੀ ਜਿਹੀ ਟਰੰਕੀ ਚੁੱਕੀ ਸਭਨਾਂ ਤੋਂ ਅੱਗੇ ਸੀ ਤੇ ਨਾਲੋਂ ਨਾਲ ਕੋਠੀ ਦੀ ਸ਼ਾਨਦਾਰ ਇਮਾਰਤ, ਬਗੀਚੀ ਤੇ ਹੋਰ ਨਿੱਕੜ ਸੁੱਕੜ ਵੱਲ ਤੱਕਾ ਕੇ ਇੰਦਰ ਕੌਰ ਨੂੰ ਬੜੇ ਫਕਰ ਨਾਲ ਮਾਮਾ ਜੀ ਦੇ ਐਸ਼ਵਰਿਆ ਦੀਆਂ ਗੱਲਾਂ ਸੁਣਾਈ ਜਾਇਆ ਸੀ। ਤੱਕਾ ਮਤਲਬ ਵੇਖ ਕੇ, ਐਸ਼ਵਰਿਆ ਦਾ ਮਤਲਬ ਹੁੰਦਾ ਐਸ਼ੋ ਆਰਾਮ ਦੀ ਜ਼ਿੰਦਗੀ। ਕਿ ਜਿਹੜਾ ਜਿਉਂ ਸਿੰਘ ਸੀ ਉਹ ਜਦੋਂ ਆਪਣੇ ਪਰਿਵਾਰ ਸਮੇਤ ਜਾ ਰਿਹਾ ਸੀ ਮਾਮੇ ਦੇ ਘਰ ਤਾਂ ਉਹ ਮਾਮੇ ਦੀ ਜਿਹੜੀ ਆਲੀਸ਼ਾਨ ਕੋਠੀ ਆ, ਉਹਦੀ ਜਿਹੜੀ ਵਧੀਆ ਇਮਾਰਤ ਸੀ, ਬਗੀਚਾ ਸੀ ਤੇ ਹੋਰ ਜਿਹੜਾ ਨਿੱਕਾ ਸੁੱਕਾ ਸਮਾਨ ਸੀ ਉਹ ਸਾਰਾ ਵੇਖ ਕੇ ਇੰਦਰ ਕੌਰ ਨੂੰ ਬੜੇ ਹੀ ਮਾਣ ਦੇ ਨਾਲ ਆਪਣੇ ਮਾਮਾ ਜੀ ਦੀ ਜਿਹੜੀ ਐਸ਼ੋ ਆਰਾਮ ਭਰੀ ਜ਼ਿੰਦਗੀ ਆ ਉਹਦੀਆਂ ਗੱਲਾਂ ਬਾਤਾਂ ਸੁਣਾ ਰਿਹਾ ਸੀ। ਇੰਦਰ ਕੌਰ ਜਿਸਨੇ ਗਰੀਬੀ ਦੀ ਚੱਕੀ ਝੋਂਦਿਆਂ ਦੀ ਉਮਰ ਗੁਜ਼ਾਰੀ ਸੀ, ਆਪਣੇ ਪਤੀ ਦੇ ਭਾਗਾਂ ਨੂੰ ਸਲਾ ਰਹੀ ਸੀ। ਭਾਗ ਹੁੰਦੇ ਕਿਸਮਤ, ਸਲਾਹ ਹੋਣਾ ਪ੍ਰਸ਼ੰਸਾ ਕਰਨੀ। ਕਿ ਇੰਦਰ ਕੌਰ ਜਿਹੜੀ ਕਿ ਇੱਕ ਗਰੀਬ ਔਰਤ ਸੀ ਔਰ ਜਿਹਨੇ ਸਾਰੀ ਜ਼ਿੰਦਗੀ ਜਿਹੜੀ ਹੈ ਗਰੀਬੀ ਦੇ ਵਿੱਚ ਹੀ ਗੁਜ਼ਾਰੀ ਸੀ, ਅੱਜ ਆਪਣੇ ਪਤੀ ਦੀ ਕਿਸਮਤ ਨੂੰ ਸਲਾਹ ਰਹੀ ਸੀ, ਪ੍ਰਸ਼ੰਸਾ ਕਰ ਰਹੀ ਸੀ ਕਿ ਉਹਦੀ ਕਿੰਨੀ ਚੰਗੀ ਕਿਸਮਤ ਹੈ ਕਿ ਇੰਨਾ ਵੱਡਾ ਬੰਦਾ ਉਹਦਾ ਰਿਸ਼ਤੇਦਾਰ ਆ, ਜਿਸ ਦੀ ਐਡੇ ਆਦਮੀ ਨਾਲ ਰਿਸ਼ਤੇਦਾਰੀ ਹੈ। ਸੋ ਗੋਪਾਲ ਸਿੰਘ ਜੋ ਕਿ ਇੱਕ ਵੱਡੀ ਸ਼ਖਸੀਅਤ ਸੀ ਔਰ ਉਹ ਜਿਉਂ ਸਿੰਘ ਦਾ ਮਾਮਾ ਸੀ, ਇਸ ਕਰਕੇ ਇੰਦਰ ਕੌਰ ਜਿਹੜੀ ਹੈ ਉਹਨੂੰ ਇਹ ਲੱਗਦਾ ਆ ਕਿ ਜਿਉਂ ਸਿੰਘ ਬਹੁਤ ਕਿਸਮਤ ਵਾਲਾ ਆ, ਉਸਦੀ ਵੱਡੇ ਲੋਕਾਂ ਦੇ ਨਾਲ ਰਿਸ਼ਤੇਦਾਰੀ ਹੈ।
ਸਰਦਾਰ ਗੋਪਾਲ ਸਿੰਘ ਹੋਰੀ ਗੋਲ ਕਮਰੇ ਵਿੱਚ ਬੈਠੇ ਆਪਣੇ ਕੁਝ ਮਹਿਮਾਨਾਂ ਨਾਲ ਵਾਰਤਾਲਾਪ ਕਰ ਰਹੇ ਸਨ ਕਿ ਅਚਾਨਕ ਉਸ ਦੀ ਨਜ਼ਰ ਮੈਲੇ ਜੀਵਧਾਰੀਆਂ ਦੀ ਇੱਕ ਲਾਮ ਡੋਰੀ ਉੱਤੇ ਜਾ ਪਈ। ਵਾਰਤਾਲਾਪ ਹੁੰਦੀ ਆ ਗੱਲਬਾਤ ਕਰਨੀ ਕਿ ਜਿਹੜੇ ਸਰਦਾਰ ਗੋਪਾਲ ਸਿੰਘ ਮਤਲਬ ਜਿਉਂ ਸਿੰਘ ਦਾ ਜਿਹੜਾ ਮਾਮਾ ਹੈ, ਉਹ ਕੁਝ ਜਿਹੜੇ ਆ ਉਹਨਾਂ ਦੇ ਘਰ ਮਹਿਮਾਨ ਆਏ ਹੋਏ ਸੀ ਔਰ ਆਪਣੇ ਮਹਿਮਾਨਾਂ ਦੇ ਨਾਲ ਬੈਠ ਕੇ ਕੁਝ ਗੱਲਾਂ ਬਾਤਾਂ ਕਰ ਰਿਹਾ ਸੀ ਕਿ ਅਚਾਨਕ ਉਹਦੀ ਜਿਹੜੀ ਨਜ਼ਰ ਹੈ ਨਾ ਮੈਲੇ ਜੀਵਧਾਰੀ ਜਿਹੜੇ ਆ ਇੱਥੇ ਕਹੇ ਗਏ ਆ ਜਿਉਂ ਸਿੰਘ ਤੇ ਉਹਦੇ ਟੱਬਰ ਨੂੰ। ਮੈਲੇ ਜੀਵਧਾਰੀ ਮਤਲਬ ਜਿਨ੍ਹਾਂ ਨੇ ਮੈਲੇ ਕੁਚੈਲੇ ਕੱਪੜੇ ਪਾਏ ਹੋਣ। ਲਾਮ ਡੋਰੀ ਹੁੰਦੀ ਆ ਜਿਹੜੀ ਕਿ ਲਾਈਨ ਬਣਾ ਕੇ ਤੁਰੀ ਹੋਵੇ, ਇੱਕ ਤੋਂ ਬਾਅਦ ਦੂਸਰਾ, ਦੂਸਰੇ ਤੋਂ ਬਾਅਦ ਤੀਸਰਾ। ਜਿਸ ਤਰ੍ਹਾਂ ਅਸੀਂ ਕਹਾਣੀ ਵਿੱਚ ਪੜ੍ਹਿਆ ਆ ਕਿ ਸਭ ਤੋਂ ਅੱਗੇ ਜਿਉਂ ਸਿੰਘ, ਫਿਰ ਉਹਦੀ ਪਤਨੀ ਸੀ, ਉਹਨੇ ਬੱਚੇ ਨੂੰ ਜਿਹੜਾ ਕੁੱਛੜ ਚੱਕਿਆ ਸੀ ਤੇ ਨਾਲ ਉਹਦੀਆਂ ਜਿਹੜੀਆਂ ਸੀ ਕੁੜੀਆਂ ਸੀ, ਵੱਡੀ ਨੇ ਛੋਟੀ ਨੂੰ ਉਂਗਲ ਲਾਇਆ ਹੋਇਆ ਸੀ। ਇਸ ਤਰ੍ਹਾਂ ਪੂਰਾ ਪਰਿਵਾਰ ਜਿਹੜਾ ਆ ਇੱਕ ਲਾਈਨ ਬਣਾ ਕੇ ਮਾਮੇ ਦੇ ਘਰ ਵੱਲ ਨੂੰ ਤੁਰਿਆ ਹੋਇਆ ਸੀ। ਜਿਹੜੇ ਅੱਗੜ ਪਿੱਛੜ ਵਰਾਂਡੇ ਦੀਆਂ 3 ਪੌੜੀਆਂ ਚੜ੍ਹ ਕੇ ਰਵਾਂ ਰਵੀ ਜਨਾਨ ਖਾਨੇ ਵੱਲ ਜਾ ਰਹੇ ਸਨ। ਸਰਦਾਰ ਹੋਰਾਂ ਦੀਆਂ ਅੱਖਾਂ ਇਸ ਭੀਮਤਸ ਹੁੰਦਾ ਭਿਆਨਕ ਨਜ਼ਾਰਾ ਨੂੰ ਤੱਕ ਕੇ ਸਹਾਰ ਨਾ ਸਕਿਆ। ਉਹਨਾਂ ਦੀ ਕਹਿਰ ਭਰੀ ਨਜ਼ਰ, ਕਹਿਰ ਹੁੰਦੀ ਹੈ ਗੁੱਸੇ ਭਰੀ ਨਜ਼ਰ, ਚਿਪਸ ਦੇ ਫਰਸ਼ ਉੱਤੇ ਸੀ ਜਿਹੜੀ ਮੈਲੇ ਕਦਮਾਂ ਹੇਠ ਦਾਗੀ ਹੋ ਰਹੀ ਸੀ। ਦਾਗੀ ਮਤਲਬ ਗੰਦੀ। ਹੁਣ ਇੱਥੇ ਜਿਹੜੀ ਹੈ ਸਰਦਾਰ ਗੋਪਾਲ ਸਿੰਘ ਜਿਹਦੇ ਘਰ ਜਿਉਂ ਸਿੰਘ ਆਪਣੇ ਪਰਿਵਾਰ ਨੂੰ ਲੈ ਕੇ ਪਹੁੰਚਿਆ ਸੀ ਔਰ ਸਾਰਾ ਪਰਿਵਾਰ ਜਿਹੜਾ ਹੈ ਇੱਕ ਲਾਮ ਡੋਰੀ ਦੀ ਤਰ੍ਹਾਂ ਉਹਨਾਂ ਦੇ ਆਲੀਸ਼ਾਨ ਕੋਠੀ ਦੇ ਵਿੱਚ ਦਾਖਲ ਹੋਇਆ ਸੀ। ਉਹਨਾਂ ਮੈਲੇ ਜੀਵਧਾਰੀਆਂ ਨੂੰ ਦੇਖ ਕੇ ਜਿਹੜਾ ਸੀ ਗੋਪਾਲ ਸਿੰਘ ਨੂੰ ਗੁੱਸਾ ਚੜ੍ਹ ਰਿਹਾ ਸੀ ਔਰ ਜਿਹੜੀਆਂ ਉਹਦੀਆਂ ਗੁੱਸੇ ਭਰੀਆਂ ਨਜ਼ਰਾਂ ਸੀ ਉਹ ਆਪਣੀ ਕੋਠੀ ਦੀ ਜਿਹੜੀ ਆ ਆਲੀਸ਼ਾਨ ਫਰਸ਼ ਦੇ ਉੱਪਰ ਸੀ, ਕਿਉਂਕਿ ਉਹਨੂੰ ਇਦਾਂ ਲੱਗਦਾ ਸੀ ਕਿ ਇੰਨਾ ਮੈਲੇ ਕੁਚਾਲੇ ਲੋਕਾਂ ਦੇ ਆਉਣ ਕਰਕੇ ਉਹਦੀ ਆਲੀਸ਼ਾਨ ਕੋਠੀ ਦਾ ਸਾਰਾ ਹੀ ਫਰਸ਼ ਜਿਹੜਾ ਹੈ ਉਹ ਗੰਦਾ ਹੋ ਗਿਆ ਆ। ਰਾਜ ਭਵਨ ਵਿੱਚ ਆ ਵੜੀ ਇਸ ਕਾਵਾਂ ਦੀ ਡਾਰ ਨੂੰ ਸ਼ਿਸ਼ਕਾਰਨ ਲਈ, ਸ਼ਿਸ਼ਕਾਰਨ ਦਾ ਮਤਲਬ ਹੁੰਦਾ ਦੂਰ ਭਜਾਉਣਾ, ਆਪਣੇ ਤੋਂ ਦੂਰ ਕਰ ਦੇਣਾ। ਹੁਣ ਇਹ 'ਚ ਰਾਜ ਭਵਨ ਕਿਹਾ ਗਿਆ ਆ ਗੋਪਾਲ ਸਿੰਘ ਦੀ ਕੋਠੀ ਨੂੰ, ਕਾਵਾਂ ਦੀ ਡਾਰ ਕਿਹਾ ਗਿਆ ਆ ਜਿਉਂ ਸਿੰਘ ਤੇ ਉਹਦੀ ਪਰਿਵਾਰ ਨੂੰ। ਕਾਵਾਂ ਦੀ ਡਾਰ ਜਿੱਦਾਂ ਹੁਣ ਕਾਂ ਜਿਹੜਾ ਆ ਕਾਲੇ ਰੰਗ ਦਾ ਹੁੰਦਾ ਆ ਔਰ ਜਿਹੜਾ ਆ ਕੋਈ ਵੀ ਕਾਂ ਦੀ ਜਿਹੜੀ ਆਵਾਜ਼ ਨੂੰ ਵਧੀਆ ਨਹੀਂ ਸਮਝਦਾ, ਮਿੱਠੀ ਨਹੀਂ ਸਮਝਦਾ। ਕਾਂ ਦਾ ਜਿਹੜਾ ਕਹਿੰਦੇ ਨਾ ਕਾਵਾਂ ਵਾਂਗੂ ਕੰਨ ਖਾਈ ਜਾਣਾ, ਉਹ ਹਿਸਾਬ ਹੈ ਕਿ ਇੱਥੇ ਵੀ ਜਿਹੜੀ ਆ ਜਿਉਂ ਸਿੰਘ ਤੇ ਉਹਦੇ ਪਰਿਵਾਰ ਨੂੰ ਕਾਵਾਂ ਦੀ ਡਾਰ ਕਿਹਾ ਗਿਆ ਆ। ਸੋ ਜਿਹੜਾ ਗੋਪਾਲ ਸਿੰਘ ਸੀ ਉਹ ਕੀ ਚਾਹੁੰਦਾ ਸੀ ਕਿ ਜਿਹੜੀ ਉਹਦੀ ਰਾਜ ਭਵਨ ਵਰਗੀ ਆਲੀਸ਼ਾਨ ਕੋਠੀ ਆ ਉਹਦੇ ਵਿੱਚ ਜਿਹੜੀ ਕਾਵਾਂ ਦੀ ਡਾਰ ਮਤਲਬ ਜਿਹੜੇ ਕਿ ਕਾਲੇ ਲੋਕ ਜਿਉਂ ਸਿੰਘ ਤੇ ਉਹਦਾ ਪਰਿਵਾਰ ਆ ਵੜਿਆ ਆ, ਉਹਨੂੰ ਉਹ ਕੀ ਚਾਹੁੰਦਾ ਸੀ ਦੂਰ ਭਜਾਉਣਾ ਚਾਹੁੰਦਾ ਸੀ, ਨਠਾ ਦੇਣਾ ਚਾਹੁੰਦਾ ਸੀ। ਉਹ ਕਿਸੇ ਨੌਕਰ ਨੂੰ ਆਵਾਜ਼ ਦੇਣ ਹੀ ਲੱਗੇ ਸੀ ਕਿ ਉਹ ਜਿਹੜਾ ਸੀ ਚਾਹੁੰਦਾ ਸੀ ਕਿ ਇਹਨਾਂ ਨੂੰ ਬਾਹਰੋਂ ਬਾਰੀ ਜਿਹੜਾ ਬਾਹਰ ਕੱਢ ਦਿੱਤਾ ਜਾਵੇ। ਇਸ ਕਰਕੇ ਉਹ ਜਿਹੜਾ ਆ ਆਪਣੇ ਕਿਸੇ ਨੌਕਰ ਨੂੰ ਆਵਾਜ਼ ਵੀ ਦੇਣ ਲੱਗਾ ਸੀ ਕਿ ਇਸ ਕੰਗਾਲ ਕਾਫਲੇ, ਕੰਗਾਲ ਹੁੰਦਾ ਗਰੀਬ, ਕਾਫਲੇ ਹੁੰਦਾ ਲੋਕਾਂ ਦਾ ਸਮੂਹ ਦਾ ਮੋਰੀ ਉਹਨਾਂ ਦੇ ਸਾਹਮਣੇ ਉਪਸਥਿਤ ਹੋਇਆ। ਕਿਉਂਕਿ ਕਹਿੰਦੇ ਕਿ ਹਜੇ ਜਿਹੜਾ ਮਾਮਾ ਆ ਉਹ ਨੌਕਰ ਦੀ ਸਹਾਇਤਾ ਦੇ ਨਾਲ ਉਹਨਾਂ ਨੂੰ ਘਰੋਂ ਕੱਢਣ ਹੀ ਲੱਗਾ ਸੀ ਕਿ ਅਚਾਨਕ ਜਿਹੜਾ ਇਸ ਕਾਫਲੇ ਦਾ ਮੁਖੀ ਭਾਵ ਜਿਹੜਾ ਜਿਉਂ ਸਿੰਘ ਹੈ ਉਹ ਮਾਮੇ ਦੇ ਸਾਹਮਣੇ ਆ ਖੜਾ ਹੋਇਆ। ਮਾਮਾ ਜੀ ਸਤਿ ਸ਼੍ਰੀ ਅਕਾਲ, ਔਰ ਇਹਨੇ ਸਭ ਤੋਂ ਪਹਿਲਾਂ ਆ ਕੇ ਮਾਮੇ ਨੂੰ ਸਤਿ ਸ਼੍ਰੀ ਅਕਾਲ ਬੁਲਾਈ। ਕੌਣ ਜਿਉਣਾ? ਅੱਖਾਂ ਵਿੱਚ ਚਾਪਲੂਸ ਜਿਹਾ ਹਾਸਾ ਭਰ ਕੇ, ਚਾਪਲੂਸ ਹੁੰਦਾ ਝੂਠਾ ਜਿਹਾ ਹਾਸਾ ਹੱਸ ਕੇ। ਹੁਣ ਇਹਦੇ ਵਿੱਚ ਮਾਮਾ ਜਿਹੜਾ ਆ ਉਹ ਕਹਿੰਦਾ ਕਿ ਕੌਣ ਜਿਉਣਾ, ਕਿਹੜਾ ਜਿਉਣਾ ਆਇਆ ਆ, ਤੇ ਉਹ ਜਿਹੜਾ ਸੀ ਸਿਰਫ ਕਹਿ ਲਓ ਕਿ ਦਿਖਾਵਾ ਕਰ ਰਿਹਾ ਸੀ ਉਹਨਾਂ ਦੇ ਆਉਣ 'ਤੇ। ਜਿਸ ਤਰ੍ਹਾਂ ਕਹਿੰਦੇ ਨਾ ਕਿ ਝੂਠਾ ਦਿਖਾਵਾ ਦੇਖ ਕੇ ਜਿਹੜੀ ਆ ਉਹ ਖਚਰੀ ਦੀ ਹਾਸੀ ਹੱਸਣਾ, ਉਹ ਹਿਸਾਬ ਸੀ ਕਿ ਉਹ ਜਿਹੜਾ ਮਾਮਾ ਸੀ ਉਹ ਵੀ ਆਪਣੇ ਬੁੱਲਿਆਂ ਦੇ ਉੱਪਰ ਝੂਠਾ ਜਿਹਾ ਹਾਸਾ ਜਿਹੜਾ ਆ ਉਹ ਭਰ ਕੇ ਸਵਾਲ ਕਰਦਾ ਆ, ਸੁਣਾ ਕਦੋਂ ਆਇਆ ਜਿਉਣਿਆ, ਕਿ ਉਹਨੂੰ ਪੁੱਛਦਾ ਆ ਕਿ ਤੂੰ ਕਦੋਂ ਆਪਣੇ ਜਿਹੜਾ ਆ ਪਿੰਡੋਂ ਆਇਆ ਆ। ਤੁਰੇ ਹੀ ਆਉਂਦੇ ਆ ਮਾਮਾ ਜੀ। ਅੱਗੋਂ ਜਿਉਂ ਸਿੰਘ ਜਿਹੜਾ ਆ ਉਹ ਕੀ ਜਵਾਬ ਦਿੰਦਾ ਆ ਕਿ ਮਾਮਾ ਜੀ ਹੁਣੇ ਤੁਰੇ ਹੀ ਆਉਂਦੇ ਆ। ਅੱਛਾ ਚਲੋ ਅੰਦਰ। ਸਰਦਾਰ ਹੋਰੀ ਪੇਚ ਥਾਪ ਖਾਂਦੇ ਰਹਿ ਗਏ। ਪੇਚ ਦਾ ਮਤਲਬ ਗੁੱਸਾ ਖਾਂਦੇ ਰਹਿ ਗਏ। ਉਹਨਾਂ ਨੂੰ ਸ਼ਰਮਿੰਦਗੀ ਹੋ ਰਹੀ ਸੀ ਕਿ ਕਿੱਦਾਂ ਦੇ ਜਿਹੜੇ ਹੈਗੇ ਆ ਰਿਸ਼ਤੇਦਾਰ ਉਹਨਾਂ ਦੇ ਘਰ ਆ ਵੜੇ ਆ। ਕਾਫਲਾ ਅੰਦਰ ਲੰਘ ਗਿਆ। ਮਾਨਯੋਗ ਦੋਸਤਾਂ ਦੇ ਸਾਹਮਣੇ ਇੱਕ ਤੁੱਛ ਹੁੰਦਾ ਨੀਵਾਂ ਘਟੀਆ ਤੁੱਛ ਜੇ ਆਦਮੀ ਦੇ ਮੂੰਹੋਂ ਆਪਣੇ ਆਪ ਲਈ ਮਾਮਾ ਸੰਬੋਧਨ ਬੰਦੂਕ ਦਾ ਦੁਗਾੜਾ ਬਣ ਕੇ ਉਹਨਾਂ ਦੀ ਹਿੱਕ ਵਿੱਚ ਵੱਜਾ। ਸੋ ਜਿਹੜਾ ਮਾਮਾ ਸੀ ਗੋਪਾਲ ਸਿੰਘ, ਜਦੋਂ ਜਿਉਂ ਸਿੰਘ ਨੇ ਉਹਦੇ ਜਿਹੜੇ ਘਰ ਦੇ ਵਿੱਚ
ਮਹਿਮਾਨ ਬੈਠੇ ਹੋਏ ਸੀ ਜਾਂ ਕਹਿ ਲਓ ਉਹਦੇ ਜਿਹੜੇ ਦੋਸਤ ਸੀ ਉਹਨਾਂ ਦੇ ਸਾਹਮਣੇ ਉਹਨੂੰ ਮਾਮਾ ਕਹਿ ਕੇ ਸੰਬੋਧਨ ਕੀਤਾ ਤਾਂ ਮਾਮੇ ਨੂੰ ਇੰਜ ਲੱਗਦਾ ਪਿਆ ਸੀ ਕਿ ਜਿਵੇਂ ਕਿਸੇ ਨੇ ਦੋਨਾਲੀ ਬੰਦੂਕ ਦਾ ਜਿਹੜਾ ਆ ਉਹਦੇ ਉੱਪਰ ਵਾਰ ਕੀਤਾ ਹੋਵੇ, ਦੋਗਾੜਾ ਉਹਦੇ ਉੱਪਰ ਵੱਜਾ, ਉਹਦੀ ਛਾਤੀ ਦੇ ਵਿੱਚ ਜਾ ਕੇ ਵੱਜਾ ਹੋਵੇ ਤੇ ਉਹਨੂੰ ਜਿਹੜਾ ਆ ਜ਼ਖਮੀ ਕਰ ਦਿੱਤਾ ਹੋਵੇ। ਜੋ ਜਿਉਂ ਸਿੰਘ ਇਹ ਮਾਮਾ ਸ਼ਬਦ ਮੂੰਹੋਂ ਫੁੱਟਦਾ ਤਾਂ ਸ਼ਾਇਦ ਉਹ ਆਪਣੇ ਮਹਿਮਾਨਾਂ ਦੀ ਐਨ ਓਲਡ ਸਰਵੈਂਟ ਆਫ ਮਾਈਨ ਕਹਿ ਕੇ ਤਸੱਲੀ ਕਰਾ ਦਿੰਦਾ। ਹੁਣ ਮਾਮਾ ਜਿਹੜਾ ਆ ਉਹ ਕੀ ਸੋਚਦਾ ਪਿਆ ਸੀ ਕਿ ਜੇਕਰ ਜਿਉਂ ਸਿੰਘ ਉਹਨੂੰ ਸਾਰੇ ਹੀ ਜਿਹੜੇ ਆਏ ਹੋਏ ਸੀ ਦੋਸਤ ਉਹਨਾਂ ਦੇ ਸਾਹਮਣੇ ਮਾਮਾ ਨਾ ਕਹਿੰਦਾ ਤਾਂ ਉਹਨੇ ਜਿਹੜਾ ਸੀ ਉਹਨਾਂ ਨੂੰ ਕੀ ਕਹਿ ਦੇਣਾ ਸੀ, ਐਨ ਓਲਡ ਸਰਵੈਂਟ, ਕਿ ਇਹ ਸਾਡੇ ਕੀ ਆ, ਪੁਰਾਣੇ ਨੌਕਰ ਆ। ਪੁਰਾਣੇ ਨੌਕਰ ਕਹਿ ਕੇ ਆਪਣੇ ਸਾਰੇ ਦੋਸਤਾਂ ਦੀ ਤਸੱਲੀ ਕਰਾ ਦੇਣੀ ਸੀ ਔਰ ਪਤਾ ਹੀ ਨਹੀਂ ਸੀ ਲੱਗਣ ਦੇਣਾ ਕਿ ਜਿਉਂ ਸਿੰਘ ਉਹਨਾਂ ਦਾ ਰਿਸ਼ਤੇਦਾਰ ਆ। ਪਰ ਹੁਣ ਵੀ ਕਹਿ ਕੇ ਆਪਣੀ ਪੋਜੀਸ਼ਨ ਨੂੰ ਬਚਾਉਣ ਅਖੀਰ ਜ਼ਹਿਰ ਦੇ ਘੁੱਟ ਵਾਂਗ ਇਸ ਅਸਹਿ ਸਦਮੇ ਨੂੰ ਪੀ ਗਏ। ਪਰ ਕਹਿੰਦੇ ਕਿ ਹੁਣ ਜਦੋਂ ਜਿਉਂ ਸਿੰਘ ਨੇ ਸਾਰੇ ਲੋਕਾਂ ਦੇ ਸਾਹਮਣੇ ਉਹਨੂੰ ਮਾਮਾ ਕਹਿ ਹੀ ਦਿੱਤਾ ਤਾਂ ਉਹਨੂੰ ਜਿਹੜਾ ਸੀ ਇਹ ਕੌੜਾ ਘੁੱਟ ਜਿਹੜਾ ਆ ਪੀਣਾ ਹੀ ਪਿਆ, ਕਿਉਂਕਿ ਹੁਣ ਜਿਹੜਾ ਸੀ ਕੁਝ ਕੀਤਾ ਨਹੀਂ ਸੀ ਜਾ ਸਕਦਾ। ਦੋਸਤਾਂ ਨਾਲ ਉਹਨਾਂ ਨੇ ਕਿਸੇ ਐਸੇ ਦਿਲਚਸਪ ਮਾਮਲੇ ਉੱਤੇ ਗੱਲਬਾਤ ਸ਼ੁਰੂ ਕਰ ਦਿੱਤੀ ਜਿਸ ਨਾਲ ਇਸ ਹੋਈ ਘਟਨਾ ਦਾ ਉਹਨਾਂ ਲੋਕਾਂ ਨੂੰ ਚੇਤਾ ਭੁੱਲ ਜਾਵੇ। ਪਰ ਬਦਕਿਸਮਤੀ ਨੇ ਫਿਰ ਵੀ ਉਹਨਾਂ ਦਾ ਖਹਿੜਾ ਨਾ ਛੱਡਿਆ। ਜਦ ਥੋੜ੍ਹੇ ਹੀ ਚਿਰ ਬਾਅਦ ਇੱਕ ਵਾਰੀ ਮੁੜ ਉਹੀ ਕਾਫਲਾ ਰਿਟਰਨਿੰਗ ਮਾਰਚ ਹੁੰਦਾ ਕਿ ਵਾਪਸ ਆਉਣਾ, ਉਹਨਾਂ ਦੇ ਸਾਹਮਣੇ ਲੰਘਿਆ। ਕਹਿੰਦੇ ਕਿ ਹਜੇ ਮਾਮਾ ਜਿਹੜਾ ਆ ਇਸ ਜਿਹੜਾ ਹੈ ਗੁੱਸੇ ਨੂੰ ਸਹਾਰ ਨਹੀਂ ਸਕਿਆ ਸੀ ਕਿ ਉਹਨੇ ਜਿਹੜਾ ਆ ਸਾਰੇ ਲੋਕਾਂ ਦੇ ਸਾਹਮਣੇ ਉਹਨੂੰ ਮਾਮਾ ਕਹਿ ਦਿੱਤਾ ਆ। ਹਜੇ ਇਹਨੂੰ ਹੀ ਬਰਦਾਸ਼ਤ ਨਹੀਂ ਸੀ ਕਰ ਸਕਿਆ ਕਿ ਅਚਾਨਕ ਜਿਹੜਾ ਸੀ ਉਹ ਸੋਚਦਾ ਸੀ ਕਿ ਕਿਸ ਤਰ੍ਹਾਂ ਇਸ ਬੇਇੱਜ਼ਤੀ ਤੋਂ ਖਹਿੜਾ ਛੁਡਾਇਆ ਜਾਵੇ, ਕਿਸ ਤਰ੍ਹਾਂ ਇਹਨਾਂ ਲੋਕਾਂ ਨੂੰ ਦੂਰ ਭਜਾਇਆ ਜਾਵੇ ਕਿ ਇਹ ਜਿਹੜਾ ਜਿਉਂ ਸਿੰਘ ਦਾ ਟੱਬਰ ਸੀ ਉਹ ਵਾਪਸ ਰਿਟਰਨਿੰਗ ਮਾਰਚ ਕਰਦਾ ਹੋਇਆ ਉਹਨਾਂ ਦੇ ਸਾਹਮਣੇ ਆ ਖਲੋਤਾ। ਅੱਛਾ ਮਾਮਾ ਜੀ, ਸੁੱਚੇ ਮੂੰਹ ਜਾ ਕੇ ਮੱਥਾ ਟੇਕ ਆਈਏ, ਪਹਿਲਾਂ ਫੇਰ ਗੱਲਾਂ ਕਰਾਂਗੇ ਬਹਿ ਕੇ। ਸੋ ਜਿਉਂ ਸਿੰਘ ਜਿਹੜਾ ਆ ਪਹਿਲਾਂ ਕਿੱਥੇ ਜਾਣਾ ਚਾਹੁੰਦਾ ਸੀ, ਉਹ ਪਹਿਲਾਂ ਆਪਣੇ ਜਿਹੜਾ ਆ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਣਾ ਚਾਹੁੰਦਾ ਸੀ। ਇਸ ਕਰਕੇ ਉਹ ਕੀ ਕਹਿੰਦਾ ਕਿ ਪਹਿਲਾਂ ਮੱਥਾ ਟੇਕਾਂਗੇ ਤੇ ਫਿਰ ਆ ਕੇ ਖੂਬ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਦੁਪਹਿਰ ਆ ਗਿਆ, ਇਹ ਪਰਿਵਾਰ ਕਿਤੇ ਸ਼ਾਮੀ ਵਾਪਸ ਮੁੜਿਆ। ਸੋ ਜਿਉਂ ਸਿੰਘ ਤੇ ਉਹਦਾ ਟੱਬਰ ਜਿਹੜਾ ਸੀ ਸਵੇਰ ਦਾ ਗਿਆ, ਸ਼ਾਮੀ ਦਰਬਾਰ ਸਾਹਿਬ ਦਰਸ਼ਨ ਕਰਕੇ ਵਾਪਸ ਆਇਆ। ਪਹਿਲਾਂ ਉਹਨਾਂ ਨੇ ਕੀ ਕੀਤਾ, ਇਸ਼ਨਾਨ ਪਾਣੀ ਤੋਂ ਬਾਅਦ ਕੜਾਹ ਪ੍ਰਸ਼ਾਦ ਲੈ ਕੇ ਗੁਰੂ ਦੇ ਦਰਬਾਰ ਹਾਜ਼ਰ ਹੋਏ। ਉਹਨਾਂ ਨੇ ਇਸ਼ਨਾਨ ਕੀਤਾ, ਕੜਾਹ ਪ੍ਰਸ਼ਾਦੀ ਦੇਗ ਕਰਾਈ, ਫਿਰ ਦਰਸ਼ਨ ਕੀਤੇ ਔਰ ਉਸ ਤੋਂ ਬਾਅਦ ਉਹਨਾਂ ਨੇ ਕੀਰਤਨ ਵੀ ਸੁਣਿਆ। ਪਤੀ ਪਤਨੀ ਦਾ ਰੋਮ ਰੋਮ ਖਿੜ ਗਿਆ, ਮਤਲਬ ਅੰਗ ਅੰਗ ਉਹਨਾਂ ਦਾ ਜਿਹੜਾ ਸੀ ਪ੍ਰਸੰਨ ਹੋ ਗਿਆ, ਕਿਉਂਕਿ ਕਈ ਚਿਰਾਂ ਤੋਂ ਉਹਨਾਂ ਦੇ ਅੰਦਰ ਇੱਛਾ ਸੀ ਕਿ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਜਾਣ ਔਰ ਅੱਜ ਉਹਨਾਂ ਦੀ ਇਹ ਇੱਛਾ ਜਿਹੜੀ ਸੀ ਉਹ ਪੂਰੀ ਹੋ ਗਈ। ਰੋਟੀ ਵਾਲਾ ਡੱਬਾ ਉਹਨਾਂ ਦੇ ਕੋਲ ਸੀ ਜਿਸ ਵਿੱਚ ਹੁਣ ਦੇ ਡੰਗ ਦਾ ਖਾਣ ਜੋਗਾ ਸਮਾਨ ਸੀ, ਕਿਉਂਕਿ ਹੱਥ ਦੇ ਨਾਲ ਪਕਾਈਆਂ ਹੋਈਆਂ ਰੋਟੀਆਂ ਤੇ ਆਲੂ ਦੀ ਭੁਰਜੀ ਜਿਹੜੀ ਹੈ ਉਹ ਲੈ ਕੇ ਤੁਰੇ ਸਨ। ਉਹ ਜਿਹੜੀ ਹੈ ਰੋਟੀ ਘਰੋਂ ਲੈ ਕੇ ਆਏ ਸੀ। ਸੋ ਹੁਣ ਦਾ ਡੰਗ ਟਪਾਉਣ ਜੋਗੀ ਉਹਨਾਂ ਦੇ ਕੋਲ ਰੋਟੀ ਸੀ। ਪਹਿਲਾਂ ਉਹਨਾਂ ਨੇ ਸੁੱਚੇ ਮੂੰਹ ਦਰਸ਼ਨ ਕੀਤੇ ਤੇ ਫਿਰ ਜਿਹੜੀ ਸੀ ਉਹਨਾਂ ਨੇ ਆਪਣੇ ਨਾਲ ਲਿਆਂਦੀ ਹੋਈ ਰੋਟੀ ਖਾਧੀ। ਰੋਟੀ ਖਾ ਕੇ ਬਾਜ਼ਾਰ ਦਾ ਚੱਕਰ ਲਾਇਆ। ਖਰੀਦਣ ਵਾਲੀਆਂ ਚੀਜ਼ਾਂ ਬਾਰੇ ਜਿਉਂ ਸਿੰਘ ਦਾ ਵਿਚਾਰ ਸੀ ਕਿ ਇਹ ਕੰਮ ਵਾਪਸ ਜਾਣ ਵੇਲੇ ਕਰ ਲਿਆ ਜਾਵੇਗਾ, ਕਿਉਂਕਿ ਉਹਨਾਂ ਨੇ ਸੋਚਿਆ ਸੀ ਨਾ ਕਿ ਅੰਮ੍ਰਿਤਸਰ ਦੀਆਂ ਸੌਗਾਤਾਂ ਉਹਨਾਂ ਨੇ ਪਾਪੜ ਵੜੀਆਂ ਤੇ ਜਿਹੜੇ ਆ ਮੁਰਾਦਾਬਾਦ ਦੇ ਭਾਂਡੇ ਲੈਣੇ ਆ। ਸੋ ਉਹਨਾਂ ਨੇ ਸੋਚਿਆ ਕਿ ਪਹਿਲਾਂ ਜਿਹੜੀ ਚੰਦੋਆ ਦੀ ਹੈਗੀ ਆ ਇੱਛਾ ਉਹ ਪੂਰੀ ਕੀਤੀ ਜਾਵੇ, ਬਾਕੀ ਜਿਹੜੀ ਚੀਜ਼ ਹੈ ਉਹ ਬਾਅਦ ਵਿੱਚ ਖਰੀਦੀ ਜਾਵੇਗੀ। ਕੋਠੀ ਪਹੁੰਚਦਿਆਂ ਤੀਕ ਕਾਫੀ ਹਨੇਰਾ ਹੋ ਗਿਆ। ਟਾਂਗੇ ਵਿੱਚ ਬੈਠਾ ਬੈਠਾ ਜਿਉਂ ਸਿੰਘ ਊਂਘ ਰਿਹਾ ਸੀ ਤੇ ਇਸ ਊਂਘ ਵਿੱਚ ਉਸਨੂੰ ਕੋਈ ਡਾਢਾ ਹੀ ਸੁਖਾਵਾਂ ਸੁਨੇਹਾ ਮਿਲੀ ਜਾ ਰਿਹਾ ਸੀ। ਅੱਜ ਦੀ ਰਾਤ ਖੂਬ ਨੀਂਦਰ ਭਰ ਕੇ ਸੋਵਾਂਗੇ ਮਾਮਾ ਜੀ ਦੀ ਕੋਠੀ ਵਿੱਚ। ਤੇ ਫਿਰ ਇੱਕ ਚਮਚਮ ਕਰਦਾ ਚੰਦੋਆ ਉਸਦੀਆਂ ਅੱਖਾਂ ਅੱਗੇ ਫਿਰਨ ਲੱਗ ਪੈਂਦਾ। ਜਿਉਂ ਸਿੰਘ ਤੇ ਇੰਦਰ ਕੌਰ ਦੇ ਕਦਮ ਮਾਨੋ ਫਰਸ਼ਾਂ ਦੇ ਨਾਲ ਸਿੱਟੇ ਗਏ ਜਦੋਂ ਅੰਦਰ ਲੰਘਣ ਤੋਂ ਪਹਿਲਾਂ ਹੀ ਉਹਨਾਂ ਦੇ ਕੰਨੀ ਆਵਾਜ਼ਾਂ ਪਈਆਂ। ਇਹ ਕਿੱਥੋਂ ਆਮ ਹੋਈ ਚੰਗੜਾਂ ਦੀ ਟੋਲੀ। ਹੁਣ ਚੰਗੜ ਜਿਹੜੇ ਆ ਉਹ ਨੀਵੀਂ ਜਾਤ ਵਾਲਿਆਂ ਨੂੰ ਕਿਹਾ ਜਾਂਦਾ ਆ ਕਿ ਜਿਹੜਾ ਆ ਇੱਥੇ ਜਿਉਂ ਸਿੰਘ ਤੇ ਉਹਦੇ ਟੱਬਰ ਨੂੰ ਜਿਹੜਾ ਆ ਉਹ ਚੰਗੜਾਂ ਦੀ ਟੋਲੀ ਕਿਹਾ ਗਿਆ ਹੈ ਕਿ ਇਹ ਕਿੱਥੋਂ ਜਿਹੜੀ ਆ ਆਮਰੀ ਸਾਡੇ ਘਰ ਇਹ ਚੰਗੜਾਂ ਦੀ ਟੋਲੀ। ਮੈਨੂੰ ਤੇ ਜੀ ਆਪ ਚਿੰਤਾ, ਇਹ ਸ਼ਬਦ ਜਿਹੜਾ ਆ ਉਹ ਮਾਮਾ ਬੋਲ ਰਿਹਾ ਹੈ, ਅੱਗੋਂ ਮਾਮੀ ਦੀ ਵਾਰਤਾਲਾਪ ਹੈ। ਮੈਨੂੰ ਤੇ ਜੀ ਆਪ ਚਿੰਤਾ ਲੱਗੀ ਹੋਈ ਹੈ। ਭੈੜੇ ਕੀਚਰਾਂ ਨੇ, ਕੀਚਰ ਕਹਿੰਦੇ ਜਿਹੜੇ ਫਰਸ਼ ਦੇ ਉੱਪਰ ਪੈਰ ਘਸੀਟ ਕੇ ਤੁਰਨ ਜਾਣ ਕੇ ਫਰਸ਼ ਦਾ ਸਤਿਆਨਾਸ਼ ਕਰ ਛੱਡਿਆ। ਵਿਚਾਰੇ ਖੁਸ਼ੀ ਨੂੰ ਦੂਈ ਵਾਰ ਸਾਫ਼ ਕਰਨਾ
ਪਿਆ ਕਿ ਇੱਥੇ ਜਿਹੜੀ ਆ ਮਾਮੀ ਉਹਨੂੰ ਵੀ ਆਪਣੇ ਘਰ ਆਏ ਮਹਿਮਾਨਾਂ ਨਾਲੋਂ ਆਪਣੇ ਫਰਸ਼ ਦੀ ਜ਼ਿਆਦਾ ਚਿੰਤਾ ਆ, ਜਿਹੜੀ ਕਿ ਇਹ ਕਹਿ ਰਹੀ ਆ ਕਿ ਉਹਨਾਂ ਦੇ ਜਿਹੜੇ ਆ ਪੈਰ ਘਸੀਟ ਘਸੀਟ ਕੇ ਉਹਨੇ ਫਰਸ਼ ਸਾਰਾ ਗੰਦਾ ਕੀਤਾ ਆ ਔਰ ਨੌਕਰ ਨੂੰ ਜਿਹੜਾ ਹੈ ਦੁਬਾਰਾ ਇਹ ਸਾਫ਼ ਕਰਨਾ ਪੈਣਾ ਆ। ਕੀ ਕਹਿੰਦੇ ਸੀ ਫਿਰ ਆਵਾਂਗੇ, ਇਹ ਫਿਰ ਮਾਮੇ ਦਾ ਵਾਰਤਾਲਾਪ ਆ ਗਿਆ। ਅੱਗੋਂ ਮਾਮੀ ਦਾ ਵਾਰਤਾਲਾਪ ਹੈ, ਆਹੋ ਜੀ ਆਉਣਾ ਨਹੀਂ ਤੇ ਹੋਰ ਮੜੀਆਂ ਵਿੱਚ ਰਹਿਣਾ। ਮੜੀਆਂ ਕਹਿੰਦੇ ਜਿੱਥੇ ਮੁਰਦਿਆਂ ਨੂੰ ਸਾੜਿਆ ਜਾਂਦਾ ਹੈ। ਮਾਮੀ ਕੀ ਕਹਿੰਦੀ ਹੈ ਕਿ ਵਾਪਸ ਤਾਂ ਰਾਤ ਨੂੰ ਘਰ ਹੀ ਆਣਾ, ਹੋਰ ਉਹਨਾਂ ਕੋ ਕਿਹੜਾ ਟਿਕਾਣਾ, ਹੋਰ ਉਹਨਾਂ ਨੇ ਜਾ ਕੇ ਮੜੀਆਂ ਵਿੱਚ ਥੋੜ੍ਹੇ ਸੌਣਾ ਹੈ। ਤੇ ਦਫਾ ਕਦੋਂ ਹੋਣਗੇ, ਦਫਾ ਮਤਲਬ ਘਰੋਂ ਕਦੋਂ ਜਾਣਗੇ। ਮਾਮਾ ਕਹਿ ਰਿਹਾ ਕੀ ਪਤਾ। ਇਹ ਫਿਰ ਮਾਮੀ ਹੈ, ਉਹ ਮੂੰਹ ਕਾਲੀ। ਮੂੰਹ ਕਾਲੀ ਇੱਥੇ ਇੰਦਰ ਕੌਰ ਨੂੰ ਕਿਹਾ ਗਿਆ ਹੈ। ਮੂੰਹ ਕਾਲੀ ਮਤਲਬ ਕਾਲੇ ਮੂੰਹ ਵਾਲੀ, ਜਿਹਦਾ ਰੰਗ ਕਾਲਾ ਹੋਵੇ, ਇੱਥੇ ਰਹਿ ਕੇ ਚੰਦੋਆ ਤਿਆਰ ਕਰਵਾਉਣਾ ਹੋਵੇ। ਸੋ ਮਾਮੀ ਅੱਗੋਂ ਕੀ ਜਵਾਬ ਦਿੰਦੀ ਹੈ ਕਿ ਇੰਦਰ ਕੌਰ ਨੇ ਕੀ ਕਿਹਾ ਸੀ ਕਿ ਉਹਨੇ ਉਹਨਾਂ ਦੇ ਘਰ ਰਹਿ ਕੇ ਚੰਦੋਆ ਤਿਆਰ ਕਰਵਾਉਣਾ ਹੈ। ਹਿਸ ਮੁਸਾਫਰਖਾਨਾ, ਮੁਸਾਫਰਖਾਨਾ ਕਹਿੰਦੇ ਆ ਆਮ ਕਰਕੇ ਜਦੋਂ ਅਸੀਂ ਕਿਤੇ ਬਾਹਰ ਜਾਂਦੇ ਆ ਨਾ, ਤਾਂ ਕਿਸੇ ਨਾ ਕਿਸੇ ਕਹਿ ਲਓ ਸਰਾਂ ਦੇ ਵਿੱਚ, ਹੋਟਲ ਦੇ ਵਿੱਚ ਰੁਕਦੇ ਆ, ਤਾਂ ਇੱਥੇ ਮੁਸਾਫਰਖਾਨਾ ਹੁੰਦਾ ਆ ਮੁਸਾਫਰਾਂ ਦੇ ਰਹਿਣ ਦਾ ਟਿਕਾਣਾ। ਜਦੋਂ ਅਸੀਂ ਕਿਤੇ ਬਾਹਰ ਜਾ ਕੇ ਜਿਹੜਾ ਆ ਕਮਰਾ ਕੁਮਰਾ ਕਿਰਾਏ 'ਤੇ ਲੈਂਦੇ, ਉਸ ਚੀਜ਼ ਨੂੰ ਕਹਿੰਦੇ ਆ। ਸੋ ਮਾਮਾ ਕੀ ਕਹਿੰਦਾ ਹੈ ਕਿ ਉਹਨੂੰ ਜਿਹੜਾ ਆ ਮਾਮੇ ਦਾ ਘਰ ਕੀ ਆ ਮੁਸਾਫਰਖਾਨਾ ਲੱਭਾ ਹੈ। ਆਉਂਦੇ ਨੇ ਤੇ ਦਫਾ ਕਰ 2-4 ਮੰਨੀਆਂ ਹੁੰਦੀਆਂ ਰੋਟੀਆਂ ਖਵਾ ਕੇ। ਸੋ ਮਾਮਾ ਕੀ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਹੀ ਉਹ ਘਰ ਆਉਣ, ਉਹਨਾਂ ਨੂੰ 2-4 ਰੋਟੀਆਂ ਖਵਾ ਕੇ ਘਰੋਂ ਦਫਾ ਕੀਤਾ ਜਾਵੇ, ਮਤਲਬ ਕੱਢ ਦਿੱਤਾ ਜਾਵੇ। ਮੈਂ ਨਹੀਂ ਇਹ ਬੇਇੱਜ਼ਤੀ ਨੂੰ ਬਰਦਾਸ਼ਤ ਕਰ ਸਕਦਾ। ਬੇਵਕੂਫ ਨੇ ਨਾ ਅੱਗਾ ਵੇਖਿਆ ਨਾ ਪਿੱਛਾ, ਤੇ ਸ਼ਰੀਫ ਆਦਮੀਆਂ ਦੇ ਸਾਹਮਣੇ ਮੈਨੂੰ ਮਾਮਾ ਕਹਿ ਦਿੱਤਾ। ਸੋ ਮਾਮਾ ਜਿਹੜਾ ਸੀ ਉਹਨੂੰ ਕੀ ਸੀ ਕਿ ਉਹਦੇ ਸਾਰੇ ਲੋਕਾਂ ਦੇ ਸਾਹਮਣੇ ਉਹਨੂੰ ਮਾਮਾ ਕਹਿ ਕੇ ਸੰਬੋਧਨ ਕਰਤਾ, ਜਿਹਦੇ ਨਾਲ ਉਹਦੀ ਬੇਇੱਜ਼ਤੀ ਹੋ ਗਈ। ਇਸੇ ਕਰਕੇ ਮੈਂ ਉਹਨਾਂ ਦਾ ਲੱਟਾ ਪਟਾ ਚੁਕਾ ਕੇ, ਲੱਟਾ ਪਟਾ ਹੁੰਦਾ ਮਤਲਬ ਸਮਾਨ ਚੁਕਾ ਕੇ ਬਾਹਰ ਰਖਵਾ ਛੱਡਿਆ। ਚਾਰੇ ਬੰਨੇ ਜੇ ਰਾਤੀ ਨਾ ਹੀ ਮਗਰੋਂ ਲੱਥੇ ਤਾਂ ਸਰਵੈਂਟ ਕੁਆਟਰਸ ਦੇ ਵਿੱਚ ਵਾੜਾਂਗੇ ਨਾ, ਦਿਨ ਚੜ੍ਹਦੇ ਕਹਾਂਗੇ ਚੁੱਕੋ ਬੋਰੀਆ ਬਿਸਤਰਾ ਤੇ ਤੁਰਦੇ ਬਣੋ। ਸੋ ਮਾਮੀ ਅੱਗੋਂ ਕੀ ਕਹਿੰਦੀ ਹੈ ਕਿ ਜੇਕਰ ਉਹਨਾਂ ਨੇ ਰਾਤ ਨੂੰ ਜਾਣ ਦੀ ਤਿਆਰੀ ਕਰ ਲਈ ਤਾਂ ਠੀਕ ਆ, ਨਹੀਂ ਤਾਂ ਉਹ ਅੱਜ ਰਾਤ ਨੂੰ ਉਹਨਾਂ ਨੂੰ ਸਰਵੈਂਟ ਕੁਆਟਰ ਮਤਲਬ ਜਿਹੜਾ ਨੌਕਰਾਂ ਦਾ ਕਮਰਾ ਆ ਉਹਦੇ ਵਿੱਚ ਸਵਾਣਗੇ। ਸਮਾਨ ਉਹਨਾਂ ਦਾ ਪਹਿਲਾਂ ਹੀ ਬਾਹਰ ਰੱਖ ਦਿੱਤਾ ਗਿਆ ਆ, ਤੇ ਦਿਨ ਚੜ੍ਹਦੇ ਹੀ ਉਹਨਾਂ ਨੂੰ ਬੋਰੀ ਬਿਸਤਰਾ ਚੁਕਾ ਕੇ ਘਰੋਂ ਬਾਹਰ ਕੱਢ ਦੇਣਗੇ। ਇਸ ਤੋਂ ਅੱਗੇ ਕੀ ਗੱਲਾਂ ਹੋਈਆਂ ਇਹ ਲੋਕ ਤਾਂ ਸੁਣ ਸਕੇ। ਦੋਹਾਂ ਨੇ ਕੰਨਾਂ ਵਿੱਚ ਤੂਫਾਨ ਵਰਗੀ ਸਾਹ ਹੋਣ ਲੱਗੀ। ਸੋ ਇਹ ਸਾਰੀਆਂ ਗੱਲਾਂ ਕਿਹਨੇ ਸੁਣ ਲਈਆਂ ਸੀ? ਜੂਨ ਸਿੰਘ ਤੇ ਉਹਦੀ ਪਤਨੀ ਨੇ, ਤੇ ਦੋਨਾਂ ਕੋਲੋਂ ਇਹ ਬਰਦਾਸ਼ਤ ਨਹੀਂ ਹੋਈਆਂ। ਇੰਦਰ ਕੌਰ ਨੇ ਗਰਦਨ ਮੋੜ ਕੇ ਬਰਾਂਡੇ ਤੋਂ ਬਾਹਰ ਤੱਕਿਆ। ਵਾੜ ਦੇ ਮੁੱਢਵਾੜ ਹੁੰਦਾ ਆ ਆਮ ਕਰਕੇ, ਜਿਹੜੀਆਂ ਕੋਠੀਆਂ ਦੇ ਬਾਹਰ ਜਿਹੜੀ ਲੋਹੇ ਦੀ ਤਾਰ ਲਗਾ ਕੇ ਬਾਉਂਡਰੀ ਵਾਲ ਕੀਤੀ ਜਾਂਦੀ ਨਾ, ਉਹਨੂੰ ਕਹਿੰਦੇ ਵਾੜ। ਮੁੜ ਉਹਨਾਂ ਦੀ ਟਰੰਕੀ ਪਈ ਸੀ, ਜਿਸ ਉੱਤੇ ਉਹੀ ਪੁਰਾਣਾ ਕੰਬਲ ਤੇ ਕੰਬਲ ਉੱਤੇ ਉਹਨਾਂ ਦਾ ਕੱਪੜਿਆਂ ਵਾਲਾ ਥੈਲਾ। ਕਹਿਣ ਤੋਂ ਕੀ ਭਾਵ ਹੈ ਕਿ ਜਿਹੜਾ ਉਹਨਾਂ ਦਾ ਸਮਾਨ ਸੀ ਉਹ ਸਾਰਾ ਹੀ ਮਾਮੀ ਨੇ ਚੁਕਾ ਕੇ ਉਹਨਾਂ ਦਾ ਬਾਹਰ ਰਖਾ ਦਿੱਤਾ ਸੀ। ਦੋਹਾਂ ਵੱਲ ਸਵਾਲੀਆ ਜੀਆਂ ਨਜ਼ਰਾਂ ਨਾਲ ਤੱਕਿਆ ਅਤੇ ਫਿਰ ਪਿਛਾਂਹ ਪਰਤ ਪਏ। ਕੁੜੀਆਂ ਨੂੰ ਵੀ ਇਸ਼ਾਰੇ ਨਾਲ ਪਿਛਾਂਹ ਮੋੜ ਲਿਆ। ਫਿਰ ਵਾੜ ਕੋਲ ਪਹੁੰਚ ਕੇ ਇੰਨਾ ਸਮਾਨ ਚੁੱਕ ਲਿਆ। ਇੰਦਰ ਕੌਰ ਦੀ ਆਵਾਜ਼ ਥਿੜਕ ਕੇ ਨਿਕਲੀ, ਤੇ ਚੰਦੋਏ ਦਾ ਕੀ ਬਣੇਗਾ? ਸੋ ਇਸ ਸਮੇਂ ਜਿਹੜਾ ਹੈ ਸਭ ਤੋਂ ਜ਼ਿਆਦਾ ਪਰੇਸ਼ਾਨ ਇੰਦਰ ਕੌਰ ਸੀ। ਜਦੋਂ ਤੁਹਾਨੂੰ ਸਵਾਲ ਆਉਣਾ ਹੈ ਨਾ ਕਿ ਕੌਣ ਜ਼ਿਆਦਾ ਪਰੇਸ਼ਾਨ ਸੀ, ਤਾਂ ਤੁਸੀਂ ਇਹ ਲਿਖਣਾ ਹੈ ਕਿ ਇੰਦਰ ਕੌਰ ਜ਼ਿਆਦਾ ਪਰੇਸ਼ਾਨ ਸੀ, ਕਿਉਂਕਿ ਜਿਹੜਾ ਆ ਪਹਿਲਾਂ ਵੀ ਉਹਨਾਂ ਦੀ ਜਿਹੜੀ ਸਦਰ ਆ ਉਹ ਅਧੂਰੀ ਰਹਿ ਗਈ ਸੀ, ਤੇ ਹੁਣ ਦੂਸਰੀ ਵਾਰੀ ਫਿਰ ਉਹਨਾਂ ਦੀ ਇੱਛਾ ਜਿਹੜੀ ਸੀ ਉਹ ਅਧੂਰੀ ਹੀ ਰਹਿ ਗਈ ਸੀ। ਗੁਰੂ ਬਾਬਾ ਸਾਰੇ ਲੋਕਾਂ ਪਾਸੋਂ ਚੰਦੋਏ ਥੋੜ੍ਹੇ ਮੰਗਦਾ, ਜਿਨ੍ਹਾਂ ਨੂੰ ਪੁੱਤਰ ਦਿੰਦਾ ਵਾ। ਸੋ ਅੱਗੋਂ ਜਿਹੜਾ ਹੈ ਇੱਥੇ ਇੰਦਰ ਕੌਰ ਦਾ ਟੁੱਟਦਾ ਜਿਹੜਾ ਡਿੱਗਦਾ ਹੌਸਲਾ ਆ ਉਹ ਜਿਉਂ ਸਿੰਘ ਬੰਨ੍ਹਦਾ ਆ, ਔਰ ਉਹਨੂੰ ਕੀ ਹੌਸਲਾ ਦਿੰਦਾ ਆ ਕਿ ਜਿਹੜਾ ਬਾਬਾ ਆ ਉਹ ਉਹਨਾਂ ਕੋਲੋਂ ਚੰਦੋਏ ਨਹੀਂ ਮੰਗਦਾ, ਜਿਨ੍ਹਾਂ ਨੂੰ ਪੁੱਤਰ ਦਿੰਦਾ ਆ, ਉਹਨਾਂ ਨੂੰ ਦਾਤ ਬਖਸ਼ਦਾ ਆ, ਉਹਨਾਂ ਕੋਲੋਂ ਜਿਹੜਾ ਆ ਕਿਸੇ ਤਰ੍ਹਾਂ ਦੀ ਚੰਦੋਏ ਦੀ ਆਸ ਨਹੀਂ ਰੱਖਦਾ। ਸਰੋਂ ਉਹ ਭਗਤਾਂ ਦੀ ਸਿਰਫ ਭਗਤੀ, ਪਿਆਰ ਤੇ ਸ਼ਰਧਾ ਦਾ ਹੀ ਭੁੱਖਾ ਆ। ਪਰ ਕਾਕਾ ਬਿਮਾਰ ਜੋ ਹੋ ਗਿਆ ਸੀ, ਪਰ ਇੰਦਰ ਕੌਰ ਕੀ ਸੋਚਦੀ ਆ ਕਿ ਉਹਨਾਂ ਦਾ ਜਿਹੜਾ ਪੁੱਤਰ ਆ ਉਹ ਪਹਿਲਾਂ ਵੀ ਬਿਮਾਰ ਹੋ ਗਿਆ ਸੀ, ਇਸ ਕਰਕੇ ਉਹਨੂੰ ਅੰਦਰੋਂ ਅੰਦਰੀ ਜਿਹੜੀ ਆ ਚਿੰਤਾ ਖਾਈ ਜਾ ਰਹੀ ਸੀ। ਗੁਰੂ ਰਾਖਾ ਕਾਕੇ ਦਾ। ਅੱਗੋਂ ਜਿਹੜਾ ਜਿਉਂ ਸਿੰਘ ਕੀ ਕਹਿੰਦਾ ਆ ਕਿ ਉਹਨਾਂ ਦੇ ਪੁੱਤਰ ਦਾ ਰਾਖਾ ਕੌਣ ਆ? ਖੁਦ ਉਹਨਾਂ ਦਾ ਜਿਹੜਾ ਹੈ ਬਾਬਾ ਰਾਖਾ ਆ। ਤੇ ਫਿਰ ਇਹ ਲਾਮ ਡੋਰੀ ਹਨੇਰੇ ਨੂੰ ਚੀਰਦੀ ਹੋਈ ਕੋਠੀ ਤੋਂ ਬਾਹਰ ਹੋ ਗਈ। ਸੋ ਉਹ ਜਿਹੜਾ ਇੰਦਰ ਕੌਰ ਤੇ ਉਹਨਾਂ ਦੀ ਜਿਹੜੀ ਪਤਨੀ ਸੀ ਉਹ ਬਿਨਾਂ ਚੰਦੋਆ ਚੜ੍ਹਾਏ ਵਾਪਸ ਆਪਣੇ ਘਰ ਨੂੰ
ਪਰਤ ਗਈ। ਸੋ ਸਟੋਰੀ ਤੁਹਾਡੀ ਜਿਹੜੀ ਆ ਖਤਮ ਹੋ ਗਈ। ਜੇ ਕਿਸੇ ਨੂੰ ਵੀ ਰਾਜੇ ਕੋਈ ਡਾਊਟ ਹੋਵੇ ਤਾਂ ਤੁਸੀਂ ਕਲੀਅਰ ਕਰ ਸਕਦੇ ਆ, ਔਰ ਤੁਸੀਂ ਇਹੀ ਲਿਖਣਾ ਆ ਕਿ ਇਸ ਜਿਹੜੀ ਕਹਾਣੀ ਦਾ ਮੁੱਖ ਮਕਸਦ ਤੁਹਾਡੇ ਸਾਹਮਣੇ ਇੱਕ ਗਰੀਬ ਪਰਿਵਾਰ ਦੀਆਂ ਆਰਥਿਕ ਤੰਗੀਆਂ ਨੂੰ ਬਿਆਨ ਕਰਨਾ ਆ, ਔਰ ਕਿਸ ਤਰ੍ਹਾਂ ਉਹਨਾਂ ਨੂੰ ਆਪਣੀਆਂ ਇੱਛਾਵਾਂ ਨੂੰ ਮਾਰਨਾ ਪੈਂਦਾ ਆ, ਉਸ ਚੀਜ਼ ਦਾ ਬਿਆਨ ਤੁਸੀਂ ਇਹਦੇ ਵਿੱਚ ਕਰਨਾ ਆ। ਓਕੇ, ਥੈਂਕ ਯੂ।